सतनाम श्री वाहिगुरु साहिब जियो। आसा महला पंजवा। सलोक उदम करहो वड भागी हो। सिमरहो हर हर राय। नानक जिस सिमरत सब सुख होवै। दुख दर्द भ्रम जाय। शांत नाम जपत गोबिंद नह अलसाइयै। भेटत साधु संग जमपुर नह जाइयै। दुख दर्द न भौ व्यापै। नाम सिमरत साध सुखी। सास सास आराध हर हर। त्याए सो प्रभ मन मुखी। कृपाल दयाल रसाल गुण निध। कर दया सेवा लाइयै। नानक पै अंपै चरण जंपै। नाम जपत गोबिंद नह अलसाइयै। कृपाल दयाल रसाल गुण निध। कर दया सेवा लाइयै। नानक पै अंपै चरण जंपै। नाम जपत गोबिंद नह अलसाइयै। उदम करहो वड भागी हो। सिमरहो हर हर राय। वाहिगुरु जी का खालसा वाहिगुरु जी की फतेह। परम सम्मानयोग गुरु खालसा सत संगत जीओ। सतगुरु ने अपार बख्शिश की। आप संगतां सतगुरु दे पावन पवित्र सोहने दरबार दे विच सतगुरु दी पावन अमृत रूप बाणी दी लड़ीवार कथा विचार सरवण कर रहे हो। इस पवित्र बाणी दी कथा दा बहुत वड्डा महात्म है। एक बार धन गुरु नानक देव महाराज दे चरणां विच गुरसिखां ने बेनती की, हे गरीबन वाज सतगुरु जी, साडे मन दे विच बहुत कूड़ा करकट मैल भरी हुई है। दसो इसनूं किवें साफ किया जावे। धन गुरु नानक देव महाराज सच्चे पातशाह ने जवाब दे विच आखिया, ऐ गुरु प्यारी साध संगत जी, जे तुसी अपने मन दी मैल नूं धोना होवे फिर सतसंगत विच आओ। सतसंगत विच बैठ के सतगुरु दी पावन बाणी नाल जुड़ो।
ਤਨ ਦੀ ਮੈਲ ਨੂੰ ਪਾਣੀ ਧੋਂਦਾ ਹੈ, ਮਨ ਦੀ ਮੈਲ ਨੂੰ ਸਤਿਗੁਰੂ ਦੀ ਬਾਣੀ ਹੀ ਧੋ ਸਕਦੀ ਹੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਤ ਸੰਗਤ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਨੂੰ ਸੁਣਦਾ ਹੈ, ਚਾਹੇ ਪਾਠ ਦੇ ਰੂਪ ਦੇ ਵਿੱਚ, ਚਾਹੇ ਕੀਰਤਨ ਦੇ ਰੂਪ ਵਿੱਚ ਤੇ ਚਾਹੇ ਕਥਾ ਦੇ ਰੂਪ ਦੇ ਵਿੱਚ, ਉਹਦੇ ਮਨ ਤੇ ਕੁਝ ਨਾ ਕੁਝ ਅਸਰ ਤਾਂ ਜ਼ਰੂਰ ਹੁੰਦਾ ਹੈ। ਸਤਿਗੁਰੂ ਮਹਾਰਾਜ ਨੇ ਇਸ ਗੁਰਬਾਣੀ ਦੀ ਕਥਾ ਦਾ ਮਹਾਤਮ ਦੱਸਦਿਆਂ ਹੋਇਆਂ ਇਹ ਬਚਨ ਵੀ ਗੁਰਬਾਣੀ ਵਿੱਚ ਲਿਖੇ ਹਨ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਸੁਣ ਕੇ ਮਨ ਦੀ ਮੈਲ ਦੂਰ ਹੁੰਦੀ ਹੈ। ਭਾਵ ਜਦੋਂ ਆਪਾਂ ਸੰਗਤ ਵਿੱਚ ਬੈਠ ਕੇ ਸਤਿਗੁਰੂ ਦੀ ਪਵਿੱਤਰ ਬਾਣੀ ਦਾ ਉਪਦੇਸ਼ ਸੁਣਦੇ ਹਾਂ, ਉਹਦੇ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ। ਉਹ ਕਿਵੇਂ? ਤਾਂ ਸਤਿਗੁਰੂ ਨੇ ਬੜੀ ਸੁੰਦਰ ਉਦਾਹਰਣ ਦਿੱਤੀ। ਕਿਸੇ ਭਾਂਡੇ ਦੇ ਵਿੱਚ ਗੰਦਾ ਪਾਣੀ ਭਰਿਆ ਹੋਵੇ, ਉਸ ਭਾਂਡੇ ਨੂੰ ਬਰਖਾ ਦੇ ਜਲ ਵਿੱਚ ਰੱਖ ਦਿਓ। ਜਿਵੇਂ ਜਿਵੇਂ ਬਰਖਾ ਦਾ ਨਿਰਮਲ ਜਲ ਉਸ ਦੇ ਵਿੱਚ ਪੈਣਾ ਸ਼ੁਰੂ ਹੋਵੇਗਾ, ਉਸੇ ਤਰ੍ਹਾਂ ਗੰਦਾ ਪਾਣੀ ਆਪਣੇ ਆਪ ਹੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਇਹ ਕੁਦਰਤ ਦਾ ਨਿਯਮ ਹੈ, ਇਹ ਇੱਕ ਪ੍ਰਕਿਰਤੀ ਦਾ ਅਸੂਲ ਹੈ। ਜਦੋਂ ਕਿਸੇ ਭਾਂਡੇ ਦੇ ਵਿੱਚ ਜਾਂ ਕਿਸੇ ਸਰੋਵਰ ਦੇ ਵਿੱਚ ਵੀ ਗੰਦਾ ਪਾਣੀ ਹੋ ਜਾਵੇ, ਜਦੋਂ ਬਰਖਾ ਦਾ ਨਿਰਮਲ ਜਲ ਉਸ ਦੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਹੈ, ਗੰਦਾ ਪਾਣੀ ਆਪਣੇ ਆਪ ਹੀ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਸਾਧ ਸੰਗਤ ਦੀ ਮਹਿਮਾ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਦੇ ਅੰਦਰ ਪਵਿੱਤਰ ਸ਼ੰਤ ਅਤੇ ਸ਼ਲੋਕ ਉਚਾਰਨ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰਨੀ ਹੈ, ਇਸ ਦੇ ਆਰੰਭ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਸ਼ਲੋਕ ਲਿਖਿਆ ਹੈ। ਫਿਰ ਅੱਗੇ 4 ਪੌੜੀਆਂ ਵਾਲਾ ਸ਼ੰਤ ਲਿਖਿਆ ਹੈ। ਇਸ ਸ਼ਲੋਕ ਤੇ ਸ਼ੰਤ ਦਾ ਜਿਹੜਾ ਮੂਲਕ ਸਿਧਾਂਤ ਹੈ ਉਹ ਹੈ ਉਦਮ ਕਰਨਾ। ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਉਹ ਹਨ ਜਿਹੜੇ ਇਹ ਗੱਲ ਆਖਦੇ ਨੇ ਬਈ ਜੋ ਕਰਨਾ ਰੱਬ ਨੇ ਕਰਨਾ ਹੈ, ਸਾਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ। ਪਰ ਨਹੀਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਉਦਮ ਕਰਨ ਦੀ ਪ੍ਰੇਰਨਾ ਦਿੱਤੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਦਮ ਤੋਂ ਬਿਨਾਂ ਤੇ ਦੁਨੀਆ ਦਾ ਕੋਈ ਕਾਰ ਵਿਹਾਰ ਚੱਲ ਹੀ ਨਹੀਂ ਸਕਦਾ। ਤੁਸੀਂ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਵਿਚਾਰ ਕੇ ਦੇਖੋ। ਅਸੀਂ ਕੰਮਕਾਰ ਕਰਦੇ ਹਾਂ ਆਪਣੇ ਨਿਰਵਾਹ ਲਈ, ਆਪਣੀ ਉਪਜੀਵਕਾ ਵਾਸਤੇ। ਜੇ ਕੋਈ ਆਦਮੀ ਇਹ ਗੱਲ ਆਖੇ ਆਪੇ ਰੱਬ ਨੇ ਜੋ ਦੇਣਾ ਦੇ ਹੀ ਦੇਣਾ ਹੈ ਤੇ ਮੈਨੂੰ ਕੰਮ ਕਰਨ ਦੀ ਕੀ ਲੋੜ ਹੈ, ਪਰ ਇਸ ਗੱਲ ਤੇ ਕੋਈ ਵੀ ਖੜ ਨਹੀਂ ਸਕਦਾ। ਚਾਹੇ ਕੋਈ ਗੁਰਮੁਖ ਹੈ, ਚਾਹੇ ਮਨਮੁਖ ਹੈ, ਚਾਹੇ ਕੋਈ ਆਸਤਕ ਹੈ, ਚਾਹੇ ਨਾਸਤਕ ਹੈ, ਕੰਮ ਦੇ ਲਈ ਸਾਰੇ ਹੀ ਯਤਨਸ਼ੀਲ ਰਹਿੰਦੇ ਨੇ। ਕਿਉਂਕਿ ਉਹਨਾਂ ਨੂੰ ਪਤਾ ਹੈ ਕੰਮ ਕਰਕੇ ਹੀ ਸਾਨੂੰ ਉਪਜੀਵਕਾ ਹਾਸਲ ਹੋਣੀ ਹੈ। ਅਸੀਂ ਇਸ ਲਈ ਆਪਣੀ ਉਪਜੀਵਕਾ ਲਈ ਤਾਂ ਉਦਮ ਕਰਦੇ ਹੀ ਕਰਦੇ ਹਾਂ। ਪਰ ਦੂਸਰੇ ਪਾਸੇ ਜੋ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ।
ਇਹ ਉਦਮ ਕਿਸੇ ਵਿਰਲੇ ਦੇ ਭਾਗਾਂ ਦੇ ਵਿੱਚ ਆਉਂਦਾ ਹੈ। ਕਿਉਂ? ਸਤਿਗੁਰੂ ਮਹਾਰਾਜ ਨੇ ਇੱਕ ਮਨੁੱਖ ਦੀ ਜੋ ਬੜੀ ਪੁਰਾਣੀ ਆਦਤ ਹੈ ਉਹਦੇ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਏ। ਇਹ ਮਨੁੱਖ ਹੋਰ ਤੇ ਆਹਰ ਪਾਹਰ ਸਾਰੇ ਕਰਦਾ ਹੈ, ਭਾਵ ਦੁਨਿਆਵੀ ਸੁਖ ਵਾਸਤੇ ਦਿਨ ਰਾਤ ਤਰਲੋ ਮੱਛੀ ਹੋ ਰਿਹਾ ਹੈ, ਪਰ ਇੱਕ ਜਿਹੜਾ ਖਾਸ ਉਦਮ ਹੈ ਜਿਸਨੂੰ ਸਤਿਗੁਰੂ ਕਹਿੰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ। ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨਾ, ਨਿਤਨੇਮ ਕਰਨਾ, ਸੰਗਤ ਵਿੱਚ ਆਉਣਾ, ਆਹਰ ਇੱਕ ਨਾ ਹੋਏ, ਇਹ ਜਿਹੜਾ ਖਾਸ ਉਦਮ ਹੈ, ਸ੍ਰੇਸ਼ਟ ਉਪਰਾਲਾ ਹੈ, ਇਹ ਹਰ ਇੱਕ ਤੋਂ ਨਹੀਂ ਹੋ ਸਕਦਾ। ਹੋਰ ਤੇ ਅਸੀਂ ਸਾਰੇ ਹੀ ਕਰਦੇ ਹਾਂ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਏ। ਉਹ ਆਹਰ, ਉਹ ਖਾਸ ਉਪਰਾਲਾ ਨਾਮ ਜਪਣ ਦਾ, ਸਿਮਰਨ ਦਾ, ਸੰਗਤ ਵਿੱਚ ਜਾਣ ਦਾ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ, ਔਰ ਜਿਸ ਦੇ ਵੱਡੇ ਭਾਗ ਹੁੰਦੇ ਨੇ ਉਹੀ ਇਸ ਚੰਗੇ ਪਾਸੇ ਦਾ ਉਪਰਾਲਾ ਕਰ ਸਕਦਾ ਹੈ। ਲੋ, ਸਿੱਖ ਧਰਮ ਸਾਨੂੰ ਆਲਸੀ ਨਹੀਂ ਬਣਾਉਂਦਾ ਬਈ ਤੁਸੀਂ ਹੱਥ ਤੇ ਹੱਥ ਧਰ ਕੇ ਬੈਠੇ ਰਹੋ, ਬਲਕਿ ਸਤਿਗੁਰੂ ਮਹਾਰਾਜ ਨੇ ਜੋ ਸਿੱਖੀ ਦੇ 3 ਬੁਨਿਆਦੀ ਅਸੂਲ ਸਾਨੂੰ ਸਮਝਾਏ ਹਨ, ਸਭ ਤੋਂ ਪਹਿਲਾਂ ਕਿਰਤ ਕਰਨ ਦੇ ਲਈ ਸਾਨੂੰ ਪ੍ਰੇਰਣਾ ਕੀਤੀ ਹੈ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ, ਇਹ 3 ਬੁਨਿਆਦੀ ਅਸੂਲ ਨੇ। ਕਿਰਤ ਕਰਨ ਦੇ ਵਾਸਤੇ ਵੀ ਉਦਮ ਚਾਹੀਦਾ, ਨਾਮ ਜਪਣ ਦੇ ਲਈ ਵੀ ਉਦਮ ਚਾਹੀਦਾ, ਵੰਡ ਕੇ ਛਕਣ ਲਈ ਸੰਗਤ ਵਿੱਚ ਆਉਣ ਦਾ ਤੇ ਕੁਛ ਸੇਵਾ ਦਾ ਉਦਮ ਕਰਨਾ ਹੀ ਪੈਂਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਸਾਨੂੰ ਉਦਮ ਕਰਨ ਦੀ ਬਾਣੀ ਵਿੱਚ ਥਾਂ ਥਾਂ ਪ੍ਰੇਰਣਾ ਕੀਤੀ ਹੈ। ਲੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਤੇ ਸੰਤ ਅੰਦਰ ਸਾਨੂੰ ਉਦਮ ਕਰਨ ਦੀ ਹੀ, ਚੰਗੇ ਭਲੇ ਉਦਮ ਕਰਨ ਦੀ ਪ੍ਰੇਰਣਾ ਦੇ ਰਹੇ ਹਨ। ਲੋ, ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ। ਸ਼ਲੋਕ। ਉਦਮ ਕਰੋ ਵਡਭਾਗੀ ਹੋ, ਸਿਮਰਹੁ ਹਰਿ ਹਰਿ ਰਾਏ। ਆਸਾ ਰਾਗ ਅੰਦਰ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਸ਼ਲੋਕ ਉਚਾਰਨ ਕਰ ਰਹੇ ਹਨ। ਸ਼ਲੋਕ ਦੋਹਰੇ ਦੀ ਕਿਸਮ ਦਾ ਇੱਕ ਛੰਦ ਹੈ। ਗੁਰਬਾਣੀ ਦਾ ਰਾਗ ਤੇ ਕਾਵਿ ਦੇ ਨਾਲ ਗੂੜਾ ਸੰਬੰਧ ਹੈ। ਸ਼ਲੋਕ ਕਾਵਿ ਰਚਨਾ ਦਾ ਇੱਕ ਛੰਦ ਪ੍ਰਬੰਧ ਹੈ। ਸਤਿਗੁਰੂ ਉਹਦੇ ਵਿੱਚ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ। ਕੀ ਆਖਦੇ ਹਨ? ਉਦਮ ਕਰੋ ਵਡਭਾਗੀ ਹੋ। ਐ ਵਡਭਾਗੀਓ, ਐ ਚੰਗੀ ਕਿਸਮਤ ਵਾਲਿਓ, ਚੰਗੇ ਕਰਮਾਂ ਵਾਲਿਓ, ਤੁਸੀਂ ਉਦਮ ਕਰੋ। ਐਵੇਂ ਨਾ ਆਲਸ ਧਾਰਨ ਕਰਕੇ ਬੈਠੇ ਰਹੋ। ਖਾਸ ਕਰਕੇ ਅੰਮ੍ਰਿਤ ਵੇਲੇ ਉੱਠਣ ਦਾ ਉਦਮ ਹਰ ਗੁਰਸਿੱਖ ਮਾਈ ਭਾਈ ਨੂੰ ਕਰਨਾ ਚਾਹੀਦਾ ਹੈ। ਉਦਮ ਕਰੋ ਵਡਭਾਗੀ ਹੋ। ਐ ਵਡਭਾਗੀਓ, ਤੁਸੀਂ ਅੰਮ੍ਰਿਤ ਵੇਲੇ ਉੱਠਣ ਦਾ ਉਦਮ ਕਰੋ। ਫਿਰ ਅੱਗੇ ਇਸ਼ਨਾਨ ਦਾ ਉਪਰਾਲਾ ਕਰੋ, ਫਿਰ ਸਿਮਰਨ ਦਾ ਉਦਮ ਕਰੋ, ਫਿਰ ਨਿਤਨੇਮ ਦਾ ਉਦਮ ਕਰੋ, ਫਿਰ ਆਪਣੀ ਕਿਰਤ ਵਿਰਤ ਦਾ ਵੀ ਉਦਮ ਕਰੋ, ਸਤ ਸੰਗਤ ਵਿੱਚ ਜਾਣ ਲਈ ਵੀ ਹਿੰਮਤ ਕਰੋ। ਉਦਮ ਕਰੋ ਵਡਭਾਗੀ ਹੋ। ਐ ਵਡਭਾਗੀਓ, ਤੁਸੀਂ ਉਦਮ ਕਰੋ, ਉਪਰਾਲਾ ਕਰੋ, ਕੋਸ਼ਿਸ਼ ਕਰੋ। ਕਿਸ ਗੱਲ ਦੀ? ਸਿਮਰਹੁ ਹਰਿ ਹਰਿ ਰਾਏ। ਤੁਸੀਂ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਿਮਰੋ। ਸਗਲ ਉਦਮ ਮੈਂ ਉਦਮ ਭਲਾ, ਹਰਿ ਕਾ ਨਾਮ ਜਪੋ ਜੀ ਸਦਾ। ਇਹ ਸਾਰੇ ਉਦਮਾਂ ਵਿੱਚੋਂ ਚੰਗਾ ਉਦਮ ਹੈ ਜਿਹੜਾ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗਣਾ ਹੈ।
ਇਸੇ ਲਈ ਸਤਿਗੁਰੂ ਚੰਗੇ ਉਦਮ ਦੀ ਹੀ ਪ੍ਰੇਰਣਾ ਦੇ ਰਹੇ ਹਨ। ਐ ਵਡਭਾਗੀਓ, ਚੰਗੀ ਕਿਸਮਤ ਵਾਲਿਓ, ਸਤਸੰਗੀਓ, ਤੁਸੀਂ ਉਦਮ ਕਰੋ ਅਤੇ ਅੰਮ੍ਰਿਤ ਵੇਲੇ ਉੱਠ ਕੇ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ। ਨਾਨਕ ਜੇ ਸਿਮਰਤ ਸਭ ਸੁਖ ਹੋਵੈ ਹੈ, ਦੁਖ ਦਰਦ ਭਰਮ ਜਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ। ਹਾਲਤ ਸੁਖ, ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਤੇ ਇੱਥੇ ਹੀ ਬਸਨੀ ਦੁਖ ਦਰਦ ਭਰਮ ਜਾਏ। ਵਾਹਿਗੁਰੂ ਦਾ ਸਿਮਰਨ ਕਰਕੇ ਜਨਮ ਮਰਨ ਦਾ ਦੁੱਖ, ਈਰਖਾ ਤੇ ਹੰਕਾਰ ਦਾ ਦਰਦ ਤੇ 5 ਪ੍ਰਕਾਰ ਦਾ ਭਰਮ ਵੀ ਚਲਿਆ ਜਾਵੇਗਾ, ਕਿਉਂਕਿ ਸਿਮਰਨ ਦੁਆਰਾ ਸਾਰੇ ਸੁੱਖ ਵੀ ਮਿਲਦੇ ਹਨ ਤੇ ਨਾਲ ਦੁੱਖ ਦਰਦ ਭਰਮ ਦੀ ਨਿਵਰਤੀ ਵੀ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਉਦਮ ਕਰੋ ਵਡਭਾਗੀ ਹੋ, ਸਿਮਰੋ ਹਰਿ ਹਰਿ ਰਾਏ। ਲਓ ਹੁਣ ਇਸੇ ਹੀ ਸਿਧਾਂਤ ਨੂੰ ਸੰਤ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੜੇ ਖੁਲਾਸੇ ਨਾਲ ਤੇ ਬੜੇ ਵਿਸਤਾਰ ਦੇ ਨਾਲ ਸਾਨੂੰ ਸਮਝਾਉਣ ਲੱਗੇ ਹਨ। ਸੰਤ ਨਾਮ ਜਪਤ ਗੋਬਿੰਦ, ਨਹਿ ਅਲਸਾਈਐ। ਹਜ਼ੂਰ ਕਹਿੰਦੇ ਨੇ, ਗੁਰਮੁਖੋ, ਨਾਮ ਜਪਣ ਦੇ ਸਮੇਂ, ਉਸ ਵਾਹਿਗੁਰੂ ਦਾ ਨਾਮ ਜਪਣ ਦੇ ਸਮੇਂ ਸਾਨੂੰ ਬਿਲਕੁਲ ਆਲਸ ਨਹੀਂ ਕਰਨੀ ਚਾਹੀਦੀ, ਕਿਉਂਕਿ ਸਤਿਗੁਰੂ ਮਹਾਰਾਜ ਨੇ ਆਖਿਆ ਹੈ ਵੀ ਆਲਸ ਇਹ ਇੱਕ ਸਭ ਤੋਂ ਵੱਡਾ ਸਾਡਾ ਦੁਸ਼ਮਣ ਹੈ। ਅਸੀਂ ਜੇ ਦੁਨਿਆਵੀ ਤੌਰ 'ਤੇ ਵੀ ਆਲਸੀ ਹੋ ਜਾਂਦੇ ਹਾਂ, ਅਸੀਂ ਦੂਸਰਿਆਂ ਨਾਲੋਂ ਪਛੜ ਜਾਂਦੇ ਹਾਂ। ਤੇ ਜੇ ਅਸੀਂ ਧਾਰਮਿਕ ਦ੍ਰਿਸ਼ਟੀਕੋਣ ਤੋਂ ਵੀ ਆਲਸ ਕਰਦੇ ਹਾਂ ਤੇ ਅਸੀਂ ਚੰਗੇ ਪਾਸੇ ਉਦਮ ਨਹੀਂ ਕਰ ਸਕਦੇ, ਕਾਮਯਾਬੀ ਨਹੀਂ ਹਾਸਲ ਕਰ ਸਕਦੇ। ਇਸੇ ਲਈ ਹਜ਼ੂਰ ਸਾਨੂੰ ਕਹਿੰਦੇ, ਠੀਕ ਹੈ, ਚਾਹੇ ਹੋਰ ਪਾਸਿਓਂ ਢਿੱਲ-ਮੱਠ ਹੋ ਜਾਵੇ ਤਾਂ ਵੱਖਰੀ ਗੱਲ ਹੈ, ਪਰ ਵਾਹਿਗੁਰੂ ਦਾ ਨਾਮ ਜਪਣ ਦੇ ਸਮੇਂ ਸਾਨੂੰ ਕਦੇ ਵੀ ਢਿੱਲ-ਮੱਠ ਨਹੀਂ ਕਰਨੀ ਚਾਹੀਦੀ। ਭੇਟਤ ਸਾਧੂ ਸੰਗ, ਜੰਪੁਰ ਨਹਿ ਜਾਈਐ। ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਦੂਸਰੀ ਗੱਲ, ਸਾਧ ਸੰਗਤ ਦੇ ਨਾਲ ਜਾ ਕੇ ਜਦੋਂ ਮਿਲਣਾ ਹੋਵੇ ਉਸ ਵੇਲੇ ਵੀ ਸਾਨੂੰ ਆਲਸ ਨਹੀਂ ਕਰਨੀ ਚਾਹੀਦੀ। ਨਾਮ ਜਪਣ ਦੇ ਸਮੇਂ ਵੀ ਤੇ ਜਦੋਂ ਆਪਾਂ ਗੁਰੂ ਘਰ ਵਿੱਚ ਜਾਣਾ ਹੋਵੇ, ਭੇਟਤ ਸਾਧੂ ਸੰਗ, ਜਦੋਂ ਆਪਾਂ ਗੁਰੂ ਦੀ ਸੰਗਤ ਵਿੱਚ ਜਾਣਾ ਹੋਵੇ ਉੱਥੇ ਵੀ ਢਿੱਲ ਨਹੀਂ ਕਰਨੀ ਚਾਹੀਦੀ। ਕਿਉਂ? ਗੁਰੂ ਦੀ ਸੰਗਤ ਨਾਲ ਭੇਟਤ ਦਾ ਅਰਥ ਹੈ ਮਿਲ ਕੇ। ਜੰਪੁਰ ਨਹਿ ਜਾਈਐ, ਫਿਰ ਜਮਾਂ ਦੀ ਪੁਰੀ ਵਿੱਚ ਨਹੀਂ ਜਾਈਦਾ। ਇਹ ਗੁਰੂ ਦੀ ਸੰਗਤ ਕਰਨ ਦਾ ਲਾਭ ਹੈ। ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਦਰਬਾਰ ਵਿੱਚ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ, ਫਿਰ ਉਹ ਜਮਾਂ ਦੇ ਪੁਰੀ ਤੋਂ ਬਚ ਜਾਂਦੇ ਹਨ। ਦੁਖ ਦਰਦ ਨਾ ਭਉ ਬਿਆਪੈ, ਨਾਮ ਸਿਮਰਤ ਸਦ ਸੁਖੀ। ਹਜ਼ੂਰ ਫਰਮਾਉਂਦੇ ਨੇ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਸਿਮਰਦੇ ਹਨ, ਸਦ ਸੁਖੀ, ਉਹ ਹਮੇਸ਼ਾ ਲਈ ਸੁਖੀ ਹੋ ਜਾਂਦੇ ਹਨ। ਊਠਤ ਸੁਖੀਆ, ਬੈਠਤ ਸੁਖੀਆ, ਭਾਉ ਨਹੀਂ ਲਾਗੈ ਜਾਂ ਐਸੇ ਬੁਝੀਆ। ਉਹਨੂੰ ਹਰ ਸਮੇਂ ਸੁੱਖ ਹੀ ਸੁੱਖ ਪ੍ਰਾਪਤ ਹੁੰਦਾ ਹੈ। ਇਸ ਦੇ ਨਾਲ ਹੀ ਦੁੱਖ ਦਰਦ ਨਾ ਭਉ ਬਿਆਪੈ। ਹਜ਼ੂਰ ਕਹਿੰਦੇ ਨੇ, ਨਾ ਦੁੱਖ, ਨਾ ਦਰਦ ਪੀੜਾ, ਨਾ ਹੀ ਕੋਈ ਉਹਨੂੰ ਕਿਸੇ ਕਿਸਮ ਦਾ ਡਰ ਹੀ ਵਿਆਪਦਾ ਹੈ। ਜਿਹੜਾ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹ ਹਮੇਸ਼ਾ ਲਈ ਸੁਖੀ ਹੋ ਜਾਂਦਾ ਹੈ। ਸਾਸ ਸਾਸ ਆਰਾਧ ਹਰ ਹਰ, ਧਿਆਏ ਸੋ ਪ੍ਰਭ ਮਨ ਮੁਖੀ। ਹਜ਼ੂਰ ਕਹਿੰਦੇ ਨੇ ਭਈ ਵਾਹਿਗੁਰੂ ਦਾ ਸਿਮਰਨ ਕਿਵੇਂ ਕਰਨਾ ਚਾਹੀਦਾ, ਕਈ ਪੁੱਛਦੇ ਨੇ। ਹਜ਼ੂਰ ਕਹਿੰਦੇ ਨੇ, ਸਭ ਤੋਂ ਪਹਿਲਾਂ ਮੁਖ ਦੁਆਰਾ ਵਾਹਿਗੁਰੂ ਦਾ ਨਾਮ ਜਪਣਾ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕਟੀਐ, ਧਿਆਏ ਸੋ ਪ੍ਰਭ ਮਨ ਮੁਖੀ। ਇਹ 99 ਕਰਕੇ ਅਰਥ ਲੱਗ ਰਿਹਾ ਹੈ। ਪਹਿਲਾਂ ਮੁਖ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਤੇ ਫਿਰ ਆਪਣੇ ਮਨ ਵਿੱਚ ਉਸ ਵਾਹਿਗੁਰੂ ਦਾ ਸਿਮਰਨ ਕਰਨਾ। ਮਨ ਸਾਚਾ, ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ, ਜਿਸ ਦੇ ਮਨ ਦੇ ਵਿੱਚ ਵੀ
ਸੱਚਾ ਪ੍ਰਭੂ ਵਸਦਾ ਹੈ ਤੇ ਜਿਸ ਦੀ ਜ਼ੁਬਾਨ ਤੇ ਵੀ ਉਹ ਸੱਚਾ ਪ੍ਰਭੂ ਵਸਦਾ ਹੈ। ਹਜ਼ੂਰ ਕਹਿੰਦੇ ਨੇ ਧਿਆਏ ਸੋ ਪ੍ਰਭ ਮਨਮੁਖੀ। ਤੁਸੀਂ ਪਹਿਲਾਂ ਮੁਖ ਕਰਕੇ ਵਾਹਿਗੁਰੂ ਦੇ ਨਾਮ ਨੂੰ ਧਿਆਓ, ਫਿਰ ਮਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਧਿਆਓ। ਸਾਸ ਸਾਸ ਆਰਾਧ ਹਰ ਹਰ, ਫਿਰ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਹਰ ਵੇਲੇ ਵਾਹਿਗੁਰੂ 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 ਦਾ ਸਿਮਰਨ ਕਰਦੇ ਰਹੋ। ਇਹ ਸਾਨੂੰ ਸਿਮਰਨ ਦਾ ਉਪਦੇਸ਼ ਦਿੱਤਾ ਹੈ, ਪਹਿਲਾਂ ਮੁਖ ਦੁਆਰਾ, ਫਿਰ ਮਨ ਦੁਆਰਾ, ਫਿਰ ਸਵਾਸ ਸਵਾਸ ਨਾਲ ਵਾਹਿਗੁਰੂ ਵਾਹਿਗੁਰੂ ਸਿਮਰੋ। ਕਿਰਪਾਲ ਦਇਆਲ ਰਸਾਲ ਗੁਣ ਨਿਧ, ਕਰ ਦਇਆ ਸੇਵਾ ਲਾਈਐ। ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਕਿਰਪਾ ਦੇ ਘਰ, ਐ ਦਇਆ ਦੇ ਖਜ਼ਾਨੇ, ਰਸਾਲ ਰਸ ਦੇ ਘਰ ਅਥਵਾ ਸੁੰਦਰ ਸਰੂਪ ਵਾਹਿਗੁਰੂ, ਗੁਣ ਨਿਧ, ਤੂੰ ਸਾਰੇ ਗੁਣਾਂ ਦਾ ਨਿਧਾਨ ਹੈ, ਸਾਰੇ ਗੁਣਾਂ ਦਾ ਖਜ਼ਾਨਾ। ਕਰ ਦਇਆ ਸੇਵਾ ਲਾਈਐ, ਤੂੰ ਸਾਡੇ ਤੇ ਦਇਆ ਕਰ, ਸਾਡੇ ਤੇ ਮਿਹਰ ਕਰ, ਸਾਨੂੰ ਆਪਣੀ ਸੇਵਾ ਵਿੱਚ ਲਾ ਲੈ। ਨਾਨਕ ਪਏ ਅੰਪੈ ਚਰਨ ਜੰਪੈ, ਨਾਮ ਜਪਤ ਗੋਬਿੰਦ ਨਹਿ ਅਲਸਾਈਐ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਪਏ ਅੰਪੈ, ਕਿਉਂਕਿ ਜੋਤ ਤਾਂ ਗੁਰੂ ਨਾਨਕ ਦੀ ਹੈ ਨਾ। ਇਸੇ ਲਈ ਇਹ ਵੀ ਇੱਕ ਬੜੀ ਅਪੂਰਵ ਗੱਲ ਹੈ, ਜਦੋਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਚਾਹੇ 6 ਸਰੂਪਾਂ ਦੀ ਬਾਣੀ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਉਪਲਬਧ ਹੁੰਦੀ ਹੈ, ਚਾਹੇ ਕਿਸੇ ਵੀ ਸਰੂਪ ਦੀ ਬਾਣੀ ਹੈ, ਪਰ ਉਹਦੇ ਵਿੱਚ ਨਾਨਕ ਨਾਮ ਦੀ ਹੀ ਮੋਹਰ ਲਾਈ ਹੋਈ ਹੈ। ਚਾਹੇ ਗੁਰੂ ਨਾਨਕ ਦੀ ਬਾਣੀ ਹੈ ਤੇ ਚਾਹੇ ਗੁਰੂ ਅੰਗਦ ਦੇਵ ਦੀ, ਚਾਹੇ ਗੁਰੂ ਅਮਰਦਾਸ ਮਹਾਰਾਜ ਦੀ, ਚਾਹੇ ਗੁਰੂ ਰਾਮਦਾਸ ਮਹਾਰਾਜ ਦੀ, ਚਾਹੇ 5ਵੇਂ ਸਰੂਪ ਦੀ, ਚਾਹੇ 9ਵੇਂ ਸਰੂਪ ਦੀ ਬਾਣੀ, ਚਾਹੇ ਕਿਸੇ ਵੀ ਗੁਰੂ ਦੀ ਹੈ, ਪਰ ਮੋਹਰ ਨਾਨਕ ਨਾਮ ਦੀ ਹੀ ਹੈ, ਕਿਉਂਕਿ ਗੁਰੂ ਇੱਕੋ ਹੀ ਹੋਇਆ। ਨਾਨਕ ਪਏ ਅੰਪੈ। ਹੁਣ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਵੀ ਬੈਠੇ ਨੇ, ਉਹੀ ਬੋਲਦੇ ਨੇ, ਨਾਨਕ ਪਏ ਅੰਪੈ। ਗੁਰੂ ਨਾਨਕ ਸਾਹਿਬ ਪਏ ਅੰਪੈ ਬੇਨਤੀ ਕਰਦੇ ਨੇ, ਚਰਨ ਜੰਪੈ, ਬਈ ਅਸੀਂ ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਜਪਦੇ ਹਾਂ ਤੇ ਤੁਸੀਂ ਵੀ ਜਪੋ। ਨਾਮ ਜਪਤ ਗੋਬਿੰਦ ਨਹੀਂ ਅਲਸਾਈਐ, ਵੀ ਗੁਰਮੁਖੋ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਸਾਨੂੰ ਕਦੇ ਵੀ ਆਲਸ ਨਹੀਂ ਕਰਨੀ ਚਾਹੀਦੀ, ਕਦੇ ਢਿੱਲ ਮੱਠ ਨਹੀਂ ਕਰਨੀ ਚਾਹੀਦੀ, ਤੇ ਕਦੇ ਕਿਸੇ ਕਿਸਮ ਦਾ ਦਲਿੱਦਰ ਨਹੀਂ ਕਰਨਾ ਚਾਹੀਦਾ। ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ। ਲੋ ਹੁਣ ਅੱਗੇ ਨਾਮ ਦੀ ਮਹਿਮਾ ਸਤਿਗੁਰੂ ਵਰਣਨ ਕਰਦੇ ਹਨ। ਗੁਰਮੁਖੋ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ। ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ, ਨਿਰੰਜਨਾ ਦਾ ਅਰਥ ਹੈ ਮਾਇਆ ਦੀ ਕਾਲਖ ਤੋਂ ਰਹਿਤ ਹੈ, ਤੇ ਪੁਨੀਤ ਸਭ ਤੋਂ ਵੱਧ ਪਵਿੱਤਰ ਹੈ। ਜੇ 3 ਵਾਰੀ ਪਵਿੱਤਰ 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 ਆਖੀਏ ਫਿਰ ਇੱਕ ਪੁਨੀਤ ਬਣਦਾ। ਭਾਵ ਵਾਹਿਗੁਰੂ ਪਰਮੇਸ਼ਰ ਦਾ ਨਾਮ ਤਨ ਕਰਕੇ, ਮਨ ਕਰਕੇ, ਬਾਣੀ ਕਰਕੇ ਵੀ ਪਵਿੱਤਰ ਹੈ। ਪਾਵਨ ਪਤਿਤ ਪੁਨੀਤ, ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਵੱਡੇ ਵੱਡੇ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਪਾਵਨ ਦਾ ਅਰਥ ਵੀ ਪਵਿੱਤਰ ਹੈ, ਪਰ ਇਹ ਪਾਵਨ ਦਾ ਸੰਬੰਧ ਪਤਿਤ ਸ਼ਬਦ ਦੇ ਨਾਲ ਹੈ। ਪਾਵਨ ਪਤਿਤ ਤੇ ਪੁਨੀਤ ਦਾ ਸੰਬੰਧ ਵਾਹਿਗੁਰੂ ਦੇ ਨਾਮ ਦੇ ਨਾਲ ਹੈ। ਜਿਵੇਂ ਆਮ ਸਮਝਣ ਦੇ ਲਈ ਮਹਾਂਪੁਰਖੇ ਵਿਚਾਰ ਵਿਦਿਆਰਥੀਆਂ ਨੂੰ ਸਮਝਾਉਂਦੇ ਸਨ, ਜਿਵੇਂ ਆਪਾਂ ਮਿੱਟੀ ਨੂੰ ਵੀ ਪਵਿੱਤਰ ਮੰਨਦੇ ਹਾਂ। ਪੁਰਾਣੇ ਸਮੇਂ ਦੇ ਵਿੱਚ ਕੋਈ ਭਾਂਡਾ ਜੂਠਾ ਹੁੰਦਾ ਸੀ, ਮਿੱਟੀ ਨਾਲ ਮਾਂਜ ਕੇ ਉਸ ਨੂੰ ਸਾਫ਼ ਕਰ ਲਈਦਾ ਸੀ। ਹੱਥ ਜੂਠੇ ਹੋ ਜਾਣ, ਕਹਿੰਦੇ ਮਿੱਟੀ ਨਾਲ ਮਾਂਜ ਲਓ। ਮਿੱਟੀ ਨੂੰ ਵੀ ਪਵਿੱਤਰ ਮੰਨਿਆ ਗਿਆ। ਦੂਸਰੇ ਨੰਬਰ ਤੇ ਪਾਣੀ ਨੂੰ ਪਵਿੱਤਰ ਮੰਨਿਆ ਗਿਆ, ਕਿਉਂਕਿ ਕਈ ਵਾਰੀ ਜਿਹੜੀ ਮਿੱਟੀ ਦੀ ਮੈਲ ਹੈ ਉਹ ਉਂਝ ਤਾਂ ਲੈ ਨਹੀਂ ਸਕਦੀ, ਪਾਣੀ ਨਾਲ ਜਦੋਂ ਹੱਥ ਧੋ ਲਈਏ ਤੇ ਉਹ ਮਿੱਟੀ ਦੀ ਮੈਲ ਲਾ ਦਿੰਦਾ। ਇਸ ਲਈ ਜਿੱਥੇ ਮਿੱਟੀ ਨੂੰ ਪਵਿੱਤਰ ਮੰਨਿਆ, ਮਿੱਟੀ ਨਾਲੋਂ ਪਾਣੀ ਨੂੰ ਵੱਧ ਪਵਿੱਤਰ ਮੰਨਿਆ ਗਿਆ, ਤੇ ਪਾਣੀ ਦੇ ਨਾਲੋਂ ਅੱਗ ਨੂੰ ਵੱਧ ਪਵਿੱਤਰ ਮੰਨਿਆ ਗਿਆ। ਹੁਣ ਕਈ ਐਸੀਆਂ ਧਾਤ ਦੇ ਭਾਂਡੇ ਹੁੰਦੇ ਸਨ, ਉਹਨਾਂ ਨੂੰ ਜੰਗਾਲ ਲੱਗ ਜਾਂਦੀ ਸੀ, ਫਿਰ ਉਹਨਾਂ ਨੂੰ ਅੱਗ ਦੇ ਵਿੱਚ ਰੱਖ ਕੇ ਉਹਨਾਂ ਦਾ ਜੰਗਾਲ ਉਤਾਰਿਆ ਜਾਂਦਾ ਸੀ। ਅੱਗ
ਪਾਣੀ ਨਾਲੋਂ ਵੀ ਵੱਧ ਪਵਿੱਤਰ ਹੈ, ਤੇ ਅੱਗ ਦੇ ਨਾਲੋਂ ਹਵਾ ਵੱਧ ਪਵਿੱਤਰ ਹੈ, ਹਵਾ ਨਾਲੋਂ ਆਕਾਸ਼ ਵੱਧ ਨਿਰਮਲ ਹੈ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਭ ਤੋਂ ਵੱਧ ਪਵਿੱਤਰ ਹੈ। ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ। ਉਹ ਕਿਉਂ ਪਵਿੱਤਰ ਹੈ? ਕਿਉਂਕਿ ਉਸ ਨਾਮ ਨੇ ਸਭ ਨੂੰ ਪਵਿੱਤਰ ਕਰਨਾ। ਤੇ ਜਿਹੜਾ ਨਾਮ ਜੇ ਸਭ ਤੋਂ ਵੱਧ ਪਵਿੱਤਰ ਹੋਵੇਗਾ, ਫਿਰ ਹੀ ਦੂਜੀਆਂ ਚੀਜ਼ਾਂ ਨੂੰ ਉਹ ਪਵਿੱਤਰ ਕਰ ਸਕਦਾ ਹੈ। ਜਿਵੇਂ ਪਾਰਸ ਦੇ ਬਾਰੇ ਇਹ ਲਿਖਿਆ ਮਿਲਦਾ ਹੈ, ਪਾਰਸ ਦੀ ਇੱਕ ਵੱਟੀ ਹੁੰਦੀ ਹੈ, ਉਹ 7 ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ। ਇਹ ਪਾਰਸ ਦਾ ਗੁਣ ਹੈ। ਜਿਹੜਾ ਵੀ ਪਾਰਸ ਨੂੰ ਜਿਹੜੀ ਧਾਤ ਵੀ ਛੋਹ ਜਾਵੇ ਉਹ ਸੋਨਾ ਬਣ ਜਾਂਦੀ। ਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਵੀ ਇਹ ਸ਼ਕਤੀ ਹੈ। ਚਾਹੇ ਕਿਸੇ ਜਾਤ ਪਾਤ ਸ਼੍ਰੇਣੀ ਵਿੱਚੋਂ ਵਾਹਿਗੁਰੂ ਦਾ ਨਾਮ ਜਪ ਲਵੇ, ਉਹ ਪਵਿੱਤਰ ਹੋ ਜਾਂਦਾ। ਪਾਵਨ ਪਤਿਤ ਪੁਨੀਤ। ਇਸ ਲਈ ਵਾਹਿਗੁਰੂ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਤੇ ਪੁਨੀਤ ਬਹੁਤ ਹੀ ਪਵਿੱਤਰ ਹੈ, ਤੇ ਵੱਡੇ ਵੱਡੇ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਭਰਮ ਅੰਧੇਰ ਬਿਨਾਸ਼ ਗਿਆਨ ਗੁਰ ਅੰਜਨਾ। ਲੋ ਹੁਣ ਅੱਗੇ ਗੁਰੂ ਦੇ ਗਿਆਨ ਦੀ ਮਹਿਮਾ ਕਰਦੇ ਨੇ। ਗੁਰਮੁਖੋ, ਜਦੋਂ ਸਤਿਗੁਰੂ ਗਿਆਨ ਦਾ, ਅੰਜਨਾ ਦਾ ਅਰਥ ਹੈ ਕੱਜਲ, ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾ ਦਿੰਦੇ ਨੇ। ਭਰਮ ਅੰਧੇਰ ਬਿਨਾਸ਼। ਭਰਮ ਦਾ ਹਨੇਰਾ ਫਿਰ ਨਾਸ਼ ਹੋ ਜਾਂਦਾ। ਜਿਵੇਂ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਨੇ ਲਿਖਿਆ ਹੈ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਦੋਂ ਗੁਰੂ ਮਨ ਬੁੱਧੀ ਨੇਤਰਾਂ ਵਿੱਚ ਗਿਆਨ ਦਾ ਸੁਰਮਾ ਪਾ ਦਿੰਦੇ ਹਨ, ਉਹਦੇ ਨਾਲ ਭਰਮ ਦਾ ਹਨੇਰਾ ਨਾਸ਼ ਹੋ ਜਾਂਦਾ ਹੈ। ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਥਲ ਮਹੀਅਲ ਪੂਰਿਆ। ਜਦੋਂ ਗੁਰੂ ਦੇ ਗਿਆਨ ਦਾ ਅੰਜਨ ਸਾਡੇ ਮਨ ਬੁੱਧੀ ਨੇਤਰਾਂ ਵਿੱਚ ਪੈ ਜਾਂਦਾ ਹੈ, ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਵੀ ਪ੍ਰਤੱਖ ਦਰਸ਼ਨ ਦੀਦਾਰੇ ਹੋਣ ਲੱਗ ਜਾਂਦੇ ਨੇ। ਪ੍ਰਭ ਨਿਰੰਜਨ, ਜੋ ਵਾਹਿਗੁਰੂ ਨਿਰੰਜਨ ਸ਼ੁੱਧ ਸਰੂਪ ਹੈ, ਔਰ ਉਹਦੇ ਪ੍ਰਤੱਖ ਦਰਸ਼ਨ ਦੀਦਾਰੇ ਹੁੰਦੇ ਨੇ। ਕਿੱਥੇ ਕਿੱਥੇ? ਜਲ ਥਲ ਮਹੀਅਲ ਪੂਰਿਆ। ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਮਹੀ ਧਰਤੀ ਵਿੱਚ ਵੀ, ਆਕਾਸ਼ ਦੇ ਵਿੱਚ ਵੀ, ਸਭ ਥਾਵਾਂ ਤੇ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੋ ਰਿਹਾ ਹੈ। ਗੁਰੂ ਦੇ ਬਖਸ਼ੇ ਗਿਆਨ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੀ ਵਿਆਪਕ ਅਨੁਭਵਤਾ ਹੋ ਜਾਂਦੀ ਹੈ। ਇੱਕ ਨਿਮਕ ਜਾ ਕੇ ਹਿਰਦੈ ਵਸਿਆ ਮਿਟੇ ਤਿਸਹਿ ਵਿਸੂਰਿਆ। ਹਜ਼ੂਰ ਕਹਿੰਦੇ ਨੇ, ਇੱਕ ਨਿਮਕ ਦਾ ਅਰਥ ਹੈ ਕੱਖ ਦੇ ਫੋਰੇ ਮਾਤਰ, ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਗਿਆ। ਮਿਟੇ ਤਿਸਹਿ ਵਿਸੂਰਿਆ, ਫਿਰ ਉਹਦੇ ਸਾਰੇ ਜਨਮਾਂ ਜਨਮਾਤਰਾਂ ਦੇ ਝੋਰੇ ਦੂਰ ਹੋ ਗਏ। ਵਿਸੂਰਿਆ ਦਾ ਅਰਥ ਹੁੰਦਾ ਝੋਰੇ। ਜਦੋਂ ਇੱਕ ਨਿਮਕ ਮਾਤਰ, ਅੱਖ ਦੇ ਫੋਰੇ ਮਾਤਰ ਜਦੋਂ ਕਿਸੇ ਦੇ ਹਿਰਦੇ ਵਿੱਚ ਆ ਕੇ ਵਸਿਆ, ਤੇ ਫਿਰ ਉਹਦੇ ਸਾਰੇ ਦੇ ਸਾਰੇ ਝੋਰੇ ਮਿਟ ਜਾਂਦੇ ਹਨ। ਅਗਾਧ ਬੋਧ ਸਮਰੱਥ ਸੁਆਮੀ ਸਰਬ ਕਾ ਪਉ ਭੰਜਨਾ। ਉਹ ਅਕਾਲ ਪੁਰਖ ਵਾਹਿਗੁਰੂ ਅਗਾਧ ਬੋਧ, ਬਹੁਤ ਡੂੰਘੇ ਗਿਆਨ ਦਾ ਸਾਗਰ ਹੈ, ਉਹਦੀ ਕੋਈ ਥਾਂ ਨਹੀਂ ਪਾ ਸਕਦਾ। ਅਗਾਧ ਬੋਧ, ਬਹੁਤ ਡੂੰਘੇ ਗਿਆਨ ਦਾ ਸਮੁੰਦਰ ਹੈ। ਕੋਈ ਬੁੱਧੀ, ਕੋਈ ਵਿਗਿਆਨੀ, ਕੋਈ ਉਸ ਦਾ ਅੰਤ ਨਹੀਂ ਪਾ ਸਕਦਾ। ਅਗਾਧ ਬੋਧ, ਜਿਹੜੇ ਬੁੱਧੀ ਦੇ ਬੋਧ ਤੋਂ ਡੂੰਘਾ ਹੋਵੇ, ਭਾਵ ਮਹਾਨ ਰੂਹਾਨੀ ਗਿਆਨ ਦਾ ਸਾਗਰ ਹੈ। ਸਮਰੱਥ, ਸਰਵ ਸ਼ਕਤੀਮਾਨ, ਸੁਆਮੀ, ਸਾਰੀ ਸ੍ਰਿਸ਼ਟੀ ਦਾ ਮਾਲਕ, ਸਰਬ ਕਾ ਪਉ ਭੰਜਨਾ, ਤੇ ਸਭ ਦਾ ਡਰ ਭੈ ਨਾਸ਼ ਕਰਨ ਵਾਲਾ ਹੈ। ਨਾਨਕ ਪੈ ਅੰਪੈ ਚਰਨ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ। ਨਾਨਕ ਪੈ ਅੰਪੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਕਰਦੇ ਹਨ, ਚਰਨ ਜੰਪੈ। ਗੁਰਮੁਖੋ, ਮੈਂ ਤੇ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਜਪ ਰਿਹਾ ਹਾਂ। ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਿਰੰਜਨਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਤੇ ਪੁਨੀਤ ਮਹਾਨ ਪਵਿੱਤਰ ਹੈ। ਇਸ ਲਈ ਉਹ ਪਾਵਨ ਪਤਿਤ ਵੱਡੇ ਵੱਡੇ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਓਟ ਗਹੀ ਗੋਪਾਲ ਦਇਆਲ ਕਿਰਪਾ ਨਿਧੇ। ਲੋ ਹਜ਼ੂਰ, ਹੁਣ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਇਹ ਅੱਗੇ ਪਵਿੱਤਰ ਬਚਨ ਉਚਾਰਨ ਕਰਦੇ ਨੇ। ਓਟ ਗਹੀ ਗੋਪਾਲ ਦਇਆਲ ਕਿਰਪਾ ਨਿਧੇ। ਹੇ ਗੋਪਾਲ, ਪ੍ਰਿਥਵੀ ਦੇ ਪਾਲਕ,
ਦਇਆ ਦੇ ਘਰ, ਕਿਰਪਾ ਦੇ ਸਮੁੰਦਰ, ਮੈਂ ਤੇਰੀ ਓਟ ਗ੍ਰਹਿਣ ਕਰ ਲਈ ਹੈ। ਮੋਹਿ ਆਸਰ ਤੋ ਆਚਰਨ, ਤੁਮਾਰੀ ਸਰਣ ਸਿੱਧੇ। ਹੇ ਵਾਹਿਗੁਰੂ ਜੀ, ਮੈਨੂੰ ਤੇਰੇ ਚਰਨਾਂ ਦਾ ਹੀ ਆਸਰਾ ਹੈ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਭਗਤ ਕਬੀਰ ਜੀ ਨੇ ਚਰਨਾਂ ਕਮਲਾਂ ਦੀ ਮੌਜ ਬਾਰੇ ਬਹੁਤ ਖੂਬ ਲਿਖਿਆ ਹੈ। कबीर चरण कमल की मौज को कहो कैसे उन्मान, कहबे को शोभा नहीं देखा ही प्रवान। जिसनों वाहिगुरु दे चरणां दी मौज प्राप्त हो जावे, ਉਹਨੂੰ ਸਭ ਦੁਨੀਆ ਭੁੱਲ ਜਾਂਦੀ। ਇੱਥੋਂ ਤੱਕ ਉਹ ਰਾਜ ਤੇ ਮੁਕਤੀ ਨੂੰ ਵੀ ਉੱਥੋਂ ਕੁਰਬਾਨ ਕਰ ਦਿੰਦੇ। ਇਸੇ ਲਈ ਹਜ਼ੂਰ ਕਹਿੰਦੇ ਮੋਹਿ ਆਸਰ ਤੋ ਆਚਰਨ, ਹੇ ਵਾਹਿਗੁਰੂ ਜੀ, ਮੈਨੂੰ ਤੇਰੇ ਚਰਨਾਂ ਦਾ ਹੀ ਆਸਰਾ ਹੈ। ਤੁਮਾਰੀ ਸ਼ਰਨ ਸਿੱਧੇ, ਤੁਹਾਡੀ ਸ਼ਰਨ ਦੇ ਵਿੱਚ ਹੀ ਸਿੱਧੇ ਦਾ ਅਰਥ ਮੁਕਤੀਆਂ ਨੇ, ਜਾਂ ਸਿੱਧੇ ਦਾ ਅਰਥ ਮੁਕਤੀ ਹੈ, ਮੁੱਖ ਸਿਧਾਂਤ। ਤੇ ਦੂਸਰਾ ਤੁਮਾਰੀ ਸ਼ਰਨ ਸਿੱਧੇ, ਤੁਹਾਡੀ ਸ਼ਰਨ ਦੇ ਵਿੱਚ ਹੀ। ਸਿੱਧੇ ਦਾ ਅਰਥ ਹੈ ਵੀ ਰਿੱਧੀਆਂ ਸਿੱਧੀਆਂ ਰੂਹਾਨੀ ਸ਼ਕਤੀਆਂ ਵੀ ਤੁਹਾਡੀ ਸ਼ਰਨ ਦੇ ਵਿੱਚ ਹੀ ਨੇ। ਤੇ ਤੀਸਰਾ ਸਿੱਧੇ ਦਾ ਅਰਥ ਹੁੰਦਾ ਸਫਲਤਾਵਾਂ। ਤੁਮਾਰੀ ਸ਼ਰਨ ਸਿੱਧੇ, ਹੇ ਵਾਹਿਗੁਰੂ ਜੀ, ਤੁਹਾਡੀ ਸ਼ਰਨ ਦੇ ਵਿੱਚ ਹੀ ਇਹ ਸਾਰੀਆਂ ਸਫਲਤਾਵਾਂ ਛੁਪੀਆਂ ਹੋਈਆਂ ਹਨ।